सहज बिलोवो जैसे तत ना जाई। गुरु दी हजूरी विच जुड़ बैठी साध संगत जी, आओ गुरु दी बख्शी फतेह दी सांझ पांदे हां। वाहिगुरु जी का खालसा, वाहिगुरु जी की फतेह। चल रही लड़ीवार विचार सोरठ राग विच कबीर साहब जी के शब्दां दी लड़ी विच अज दे शब्द रहाऊ दी पंक्ति कबीर जी कह रहे ने, चेरी तू राम ना करस पतारा, जग जीवन प्राण आधारा। रहा चेरी सेवा करन वाली दासी सेविका। कल तक असी पिछले शब्दां की लड़ी राही कबीर जी की बाणी तो यह सुनेहा लै रहे सी कि
ਕਬੀਰ ਜੀ ਕਿਸ ਤਰ੍ਹਾਂ ਮਨ ਨੂੰ ਇੱਕ ਦੇਖਣ ਦਾ ਤਰੀਕਾ ਬਖਸ਼ ਰਹੇ ਨੇ ਕਿ ਜਿਹੜਾ ਵੀ ਮਨੁੱਖ ਆਪਣੇ ਮਨ ਨੂੰ ਜਾਣਨਾ ਚਾਹੁੰਦਾ ਹੈ, ਜਿਹੜਾ ਆਪਣੀ ਮਨ ਅੰਦਰ ਉੱਠਣ ਵਾਲੇ ਵਿਚਾਰਾਂ ਨੂੰ ਪੜਤਾਲਣਾ ਚਾਹੁੰਦਾ ਹੈ। ਕਿਉਂ ਚਾਹੁੰਦਾ ਹੈ? ਕੁਝ ਐਸਾ ਮਹਿਸੂਸ ਕਰ ਰਿਹਾ ਹੈ ਜਿਹਦੇ ਨਾਲ ਉਹ ਸੁੱਖ ਪ੍ਰਾਪਤ ਨਹੀਂ ਹੋ ਰਿਹਾ। ਜਿਸ ਨੂੰ ਸੁੱਖ ਸਮਝੀ ਬੈਠਾ ਸੀ, ਉਹ ਸੁੱਖ ਥੋੜੀ ਦੇਰ ਵਾਸਤੇ ਮਿਲਦਾ ਹੈ, ਪਰ ਬਾਅਦ ਚੋਂ ਵਧੇਰਾ ਦਰਦ ਦੇ ਦਿੰਦਾ ਹੈ। ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ, ਗੁਰੂ ਤੋਂ ਕਿਰਪਾ ਵਿੱਚ ਐਸੀ ਮੱਤ ਪ੍ਰਾਪਤ ਕਰਦਾ ਹੈ ਜਿਹਦੇ ਨਾਲ ਆਪਣੇ ਮਨ ਨੂੰ ਦੇਖਣ ਯੋਗਾ ਹੁੰਦਾ ਹੈ। ਐਸੇ ਮਨ ਨੂੰ ਕਬੀਰ ਜੀ ਕਿਹੜਾ ਮਨ ਕਹਿੰਦੇ ਨੇ? ਜਾਗਿਆ ਮਨ, ਸੁਚੇਤ ਹੋ ਗਿਆ, ਅਲਰਟ ਹੋ ਗਿਆ। ਕਿਹਦੇ ਪ੍ਰਤੀ? ਆਪਣੇ ਪ੍ਰਤੀ। ਆਪਣੇ ਆਪ ਨੂੰ ਜਦ ਮਨ ਦੇਖਣਾ ਚਾਹੁੰਦਾ ਹੈ, ਸ਼ਬਦ ਦੀ ਆਖਰੀ ਪੰਕਤੀ 'ਚ ਕਹਿੰਦੇ ਨੇ, ਸੋ ਰਸ ਕਬੀਰੇ ਜਾਣਿਆ, ਮੇਰੋ ਗੁਰ ਪ੍ਰਸਾਦ ਮਨ ਮਾਨਿਆ। ਕਬੀਰ ਜੀ ਇੱਕ ਇਤਨੀ ਅਮੁੱਲਕ ਬੇਸ਼ਕੀਮਤੀ ਗੱਲ ਸਾਰੀ ਮਨੁੱਖਤਾ ਨੂੰ ਦੇ ਰਹੇ ਨੇ ਕਿ ਤੇਰਾ ਮਨ ਮੰਨ ਜਾਏ ਤਾਂ ਤੂੰ ਕੰਮ ਕਰਨਾ ਹੈ। ਜਿਸ ਪਾਸੇ ਮਨ ਮੰਨਦਾ ਹੈ, ਮਨ ਉਹੀ ਕੰਮ ਕਰਨੇ ਚਾਹੁੰਦਾ ਹੈ। ਜਦ ਤੱਕ ਮਨ ਗੁਰੂ ਦੀ ਗੱਲ ਸੁਣਨਾ ਨਹੀਂ ਚਾਹੁੰਦਾ, ਤਦ ਤੱਕ ਲੱਗਦਾ ਹੈ ਬਾਹਰੋਂ ਸੁਣ ਰਿਹਾ ਹਾਂ, ਲੱਗਦਾ ਹੈ ਮੈਂ ਪਾਠ ਕਰ ਰਿਹਾ, ਲੱਗਦਾ ਹੈ ਮੈਂ ਕੀਰਤਨ ਸੁਣ ਰਿਹਾ ਹਾਂ, ਪਰ ਅਸਲ ਵਿੱਚ ਕੇਵਲ ਬਾਹਰੋਂ ਸੁਣਿਆ, ਮਨ ਨਹੀਂ ਸੁਣਨਾ ਚਾਹੁੰਦਾ। ਮਨ ਨਾਲ ਦੇ ਨਾਲ ਅੰਦਰ ਸੁਣਦਾ ਇੱਕ ਕੈਂਚੀ ਚਲਾ ਰਿਹਾ ਹੁੰਦਾ ਹੈ ਕਿ ਇਹ ਗੱਲ ਮੈਂ ਨਹੀਂ ਕਰ ਸਕਦਾ। ਮਨ ਤਾਂ ਹੀ ਸੁਣਦਾ ਹੈ ਜਦੋਂ ਮਨ ਦੇ ਅੰਦਰੋਂ ਮੰਨ ਜਾਂਦਾ ਹੈ ਮੈਂ ਇਹ ਕਰ ਸਕਦਾ ਹਾਂ। ਬੱਚਾ ਨਿੱਕਾ ਦੇਖੀਏ, ਉਹਨੂੰ ਕੋਈ ਕੰਮ ਕਹੀਏ, ਜੇ ਉਹ ਕਰਨਾ ਚਾਹੁੰਦਾ ਬੜੇ ਆਰਾਮ ਨਾਲ ਕਰਦਾ ਹੈ, ਤੇ ਜੇ ਨਹੀਂ ਕਰਨਾ ਚਾਹੁੰਦਾ ਬੜੀਆਂ ਬਹਿਸਾਂ ਕਰਦਾ ਹੈ। ਉਸ ਬੱਚੇ ਤੋਂ ਇਹ ਨਹੀਂ ਦੇਖਣਾ ਕਿ ਬੱਚਾ ਕੀ ਕਰ ਰਿਹਾ ਹੈ, ਉਸ ਬੱਚੇ ਤੋਂ ਸਾਰੀ ਮਨੁੱਖਤਾ ਦੇ ਮਨ ਨੂੰ ਦੇਖਣਾ ਹੈ, ਅਸਲ ਵਿੱਚ ਮੇਰਾ ਮਨ ਕੀ ਕਰ ਰਿਹਾ ਹੈ। ਇਹ ਬੱਚਾ ਨਹੀਂ ਹੈ ਮੇਰਾ, ਇਹ ਮੈਂ ਹਾਂ। ਮੈਂ ਵੀ ਜਦੋਂ ਮੇਰੇ ਨਾਲ ਕੋਈ ਐਸੀ ਘਟਨਾ ਵਾਪਰਦੀ ਹੈ ਤੇ ਮੈਂ ਇੰਝ ਹੀ ਕਰਦਾ। ਜਦੋਂ ਮੈਂ ਗੁਰਦੁਆਰੇ ਜਾ ਕੇ ਕਿਸੇ ਕੋਲੋਂ ਸੁਣਦਾ ਹਾਂ ਕਿ ਸਾਨੂੰ ਗੁਰੂ ਦੀ ਮੱਤ ਨਾਲ ਰਹਿਣਾ ਚਾਹੀਦਾ ਹੈ, ਸਾਨੂੰ ਗੁਰੂ ਦੀ ਮੱਤ ਨਾਲ ਗੁਰੂ ਦੇ ਗੁਣਾਂ ਨੂੰ ਲੈ ਕੇ ਜੀਣਾ ਚਾਹੀਦਾ ਹੈ, ਅੰਦਰ ਕੈਂਚੀ ਚੱਲ ਪੈਂਦੀ ਹੈ। ਕਿਹੜੀ? ਔਖਾ ਹੈ। ਇਸ ਤਰ੍ਹਾਂ ਸਮਾਜ ਵਿੱਚ ਨਹੀਂ ਰਿਹਾ ਜਾ ਸਕਦਾ। ਅਸੀਂ ਗ੍ਰਸਤੀ ਜੀਵ ਹਾਂ, ਅਸੀਂ ਗ੍ਰਸਤੀ ਹੋ ਕੇ ਇਹ ਵਾਲੇ ਕੰਮ ਕਿਵੇਂ ਕਰ ਸਕਦੇ ਹਾਂ? ਇਹਨੂੰ ਤੇ ਗੁਰੂ ਕਹਿੰਦਾ ਕੋਈ ਵਿਰਲਾ ਕਰਦਾ ਹੈ। ਇਸ ਗੱਲ ਨੂੰ ਲੈਂਦਿਆਂ ਹੀ ਮਨ ਆਰਾਮ ਨਾਲ ਸੌਖਾ ਹੋ ਜਾਂਦਾ ਹੈ। ਮੈਂ ਨਹੀਂ ਕਰ ਸਕਦਾ, ਕੋਈ ਵਿਰਲਾ ਕਰੇਗਾ, ਇਸ ਕਰਕੇ ਘਰ ਚਲੋ। ਕਬੀਰ ਜੀ ਸੋਰਠ ਰਾਗ ਵਿੱਚ ਅਸੀਂ ਦੇਖ ਰਹੇ ਹਾਂ। ਜੇ ਅਸੀਂ ਸੋਰਠ ਰਾਗ ਦਾ ਕਬੀਰ ਜੀ ਦਾ ਸ਼ਬਦ ਦੇਖਦੇ ਹਾਂ ਤੇ ਆਪ ਜੀ ਲੜੀਵਾਰ ਵਿਚਾਰ ਵਿੱਚ ਪੜ੍ਹ ਕੇ ਆਏ ਹੋ ਕਿ ਇਹ ਵਾਲੀ ਗੱਲ ਮਨ ਮੰਨਣ ਦੀ ਗੁਰੂ ਨਾਨਕ ਪਾਤਸ਼ਾਹ ਵੀ ਕਰਕੇ ਆਏ ਨੇ। ਐਸੇ ਰਾਗ ਦੇ ਤੀਸਰੇ ਸ਼ਬਦ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ, ਮਨ ਮਾਨਿਆ ਨਾਮ ਸਖਾਈ। ਮਨ ਮੰਨ ਗਿਆ ਤਾਂ ਨਾਮ ਮੇਰਾ ਸਖਾਈ ਹੋਇਆ ਹੈ।
ਤਾਂ ਮੇਰਾ ਨਾਮ ਕੌਣ ਬਣ ਗਿਆ? ਸਖਾ। ਸਖਾ ਕੀ ਹੁੰਦਾ? ਦੋਸਤ, ਮਿੱਤਰ। ਹੁਣ ਨਾਮ ਮੇਰਾ ਮਿੱਤਰ ਹੈ। ਮਨ ਮਾਨਿਆ ਨਾਮ ਸਖਾਈ, ਪਾਏ ਪਰੂ ਗੁਰ ਕੇ ਬਲਿਹਾਰੇ, ਜਿਨ ਸਾਚੀ ਬੂਝ ਬੁਝਾਈ। ਉਹਨੇ ਆਸਾ ਕੀ ਵਾਰੀ ਚ ਵੀ ਅਸੀਂ ਸੁਣ ਰਹੇ ਸੀ। ਹਰੀ ਦੀ ਕਿਰਪਾ ਨਾਲ ਮੇਰਾ ਮਨ ਮੰਨ ਗਿਆ। ਸੁਖਮਨੀ ਸਾਹਿਬ ਵਿੱਚ ਵੀ ਅਸੀਂ ਸੁਣਦੇ ਹਾਂ, ਜਾ ਕੇ ਮਨ ਲਾਗਾ ਪ੍ਰਭ ਮਿੱਠਾ। ਜਿਹਦੇ ਮਨ ਨੂੰ ਪ੍ਰਭੂ ਮਿੱਠਾ ਲੱਗ ਗਿਆ, ਜਿਹਦੇ ਮਨ ਨੂੰ ਪ੍ਰਭੂ ਦੇ ਗੁਣ ਮਿੱਠੇ ਲੱਗ ਗਏ ਨੇ, ਸਰਬ ਸੁਖ ਤਾਹੂ ਮਨ ਵੁੱਠਾ। ਮਨ ਇਤਨਾ ਪ੍ਰਧਾਨ ਹੈ ਸਾਡੇ ਉੱਤੇ, ਸਾਡੇ ਇੰਦਰੀਆਂ ਉੱਤੇ, ਸਾਡੀ ਹਿਰਦੇ ਰੂਪੀ ਸ੍ਰਿਸ਼ਟੀ ਉੱਤੇ ਇੱਕ ਕੁਦਰਤ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਬਾਹਰ ਖਿੱਚੀ ਹੋਈ ਹੈ। ਉਸ ਕੁਦਰਤ ਨੂੰ ਦ੍ਰਿਸ਼ਟਾਂਤ ਰੂਪ ਵਿੱਚ, ਸੰਕੇਤਕ ਰੂਪ ਵਿੱਚ, ਜਿਹਨੂੰ ਕਹਿ ਸਕਦੇ ਹਾਂ ਵਿਜ਼ੂਅਲਾਈਜ਼ ਕਰਕੇ, ਪਿਕਚਰ ਦਿਖਾ ਕੇ। ਜਦੋਂ ਰੇਡੀਓ ਤੇ ਗੱਲ ਸੁਣਦੇ ਆ ਨਾ, ਉਹ ਛੇਤੀ ਅੰਦਰ ਨਹੀਂ ਜਾਂਦੀ, ਪਰ ਜਦੋਂ ਟੀਵੀ ਤੇ ਦੇਖਦੇ ਆ, ਉਹ ਗੱਲ ਛੇਤੀ ਅੰਦਰ ਚਲੀ ਜਾਂਦੀ ਹੈ। ਉਸ ਚੀਜ਼ ਨੂੰ ਲੈ ਕੇ ਗੁਰੂ ਪਾਤਸ਼ਾਹ ਨੇ ਸੰਸਾਰ ਨੂੰ, ਸਮਾਜ ਨੂੰ, ਕੁਦਰਤ ਨੂੰ ਇੱਕ ਨਕਸ਼ਾ ਖਿੱਚ ਕੇ ਦਿਖਾਇਆ ਤਾਂ ਕਿ ਮੇਰਾ ਮਨ ਛੇਤੀ ਮੰਨ ਜਾਏ। ਹੁਣ ਸਮਾਜ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਵੇਂ ਦੋ ਤਰੀਕੇ ਦੀਆਂ ਮਾਵਾਂ ਹੁੰਦੀਆਂ ਨੇ, ਦੋ ਤਰੀਕੇ ਦੀਆਂ ਹੀ ਪਤਨੀਆਂ ਹੁੰਦੀਆਂ ਨੇ। ਇੱਕ ਪਤਨੀ ਕੈਸੀ ਹੁੰਦੀ ਹੈ? ਜਿਹੜੀ ਕਹਿੰਦੀ ਹੈ ਘਰ ਬੰਨਣਾ ਚਾਹੀਦਾ ਹੈ, ਘਰ ਨੂੰ ਬੰਨ ਕੇ ਰੱਖੋ। ਉਹ ਫਿਰ ਘਰ ਬੰਨਣ ਦੇ ਉਪਰਾਲੇ ਕਿਉਂ ਕਰਦੀ ਹੈ? ਕਿਉਂਕਿ ਜਦੋਂ ਪੇਕੇ ਘਰ ਵਿੱਚ ਹੁੰਦੀ ਹੈ, ਉਹਨੂੰ ਪੇਕੇ ਘਰ ਵਿੱਚ, ਸਹੁਰੇ ਘਰ ਵਿੱਚ ਰਹਿਣ ਦੀ ਜਾਚ ਸਿਖਾਈ ਜਾਂਦੀ ਹੈ। ਇੱਕ ਪਤਨੀ ਦੂਜੀ ਕਿਹੜੀ ਹੁੰਦੀ ਹੈ? ਜਿਹੜੀ ਸਹੁਰੇ ਆ ਕੇ ਵੱਖਵਾਦ ਕਰਾਉਂਦੀ ਹੈ, ਘਰ ਨੂੰ ਵੱਖਰੇ ਕਰ ਦਿੰਦੀ ਹੈ। ਉਹ ਕਿਉਂ ਕਰਦੀ ਹੈ? ਕਿਉਂਕਿ ਉਹਨੂੰ ਪੇਕੇ ਘਰ ਵਿੱਚ ਵੱਖਵਾਦ ਸਿਖਾਈ ਜਾਂਦੀ ਹੈ। ਸੋ ਗੁਰੂ ਪਾਤਸ਼ਾਹ ਇਹ ਦੋਨੋਂ ਪਤਨੀਆਂ ਦਾ ਦ੍ਰਿਸ਼ਟਾਂਤ ਦੇ ਕੇ ਸਾਡੇ ਮਨ ਨੂੰ ਕੀ ਸਿੱਖਿਆ ਦੇ ਰਹੇ ਨੇ? ਉਹ ਪਤਨੀਆਂ ਬਾਹਰ ਨਹੀਂ ਨੇ, ਉਹ ਪਤਨੀਆਂ ਤੇਰੇ ਅੰਦਰ ਨੇ। ਕਿੱਥੇ? ਤੇਰੀ ਸੁਰਤ ਰੂਪੀ ਪਤਨੀਆਂ, ਤੇਰੀ ਅਕਲ ਰੂਪੀ ਪਤਨੀਆਂ। ਕਦੀ ਤੂੰ ਕਿਹੜੀ ਪਤਨੀ ਨਾਲ ਹੋਣਾ ਹੈ, ਕਦੀ ਤੂੰ ਕਿਹੜੀ ਪਤਨੀ ਨਾਲ ਹੋਣਾ ਹੈ। ਹਰ ਵੇਲੇ ਮਨ ਗੁਰੂ ਦੀ ਗੱਲ ਨਹੀਂ ਲੈਂਦਾ। ਆਮ ਦੁਨੀਆ ਵਿੱਚ ਕਿਸੇ ਵੇਲੇ ਲੈ ਸਕਦਾ ਵਾ, ਕਿਸੇ ਵੇਲੇ ਨਹੀਂ ਲੈ ਸਕਦਾ, ਕਿਸੇ ਵੇਲੇ ਸਾਹਮਣੇ ਵਾਲੇ ਨੂੰ ਮਾਫ ਕਰ ਸਕਦਾ, ਪਰ ਹਰ ਵੇਲੇ ਨਹੀਂ। ਕਿਸੇ ਵੇਲੇ ਪੇਸ਼ੈਂਸ ਰੱਖ ਸਕਦਾ ਵਾ, ਪਰ ਹਰ ਵੇਲੇ ਨਹੀਂ। ਕਿਉਂ? ਦੋਨੋਂ ਪਤਨੀਆਂ ਅੰਦਰ ਨੇ। ਇੰਝੇ ਹੀ ਗੁਰੂ ਪਾਤਸ਼ਾਹ ਕਹਿੰਦੇ ਨੇ ਦੋਨੋਂ ਮਾਵਾਂ। ਸ਼ਬਦ ਅਸੀਂ ਪੜ੍ਹਦੇ ਆ, ਗੁਰੂ ਪਾਤਸ਼ਾਹ ਕਬੀਰ ਸਾਹਿਬ ਜੀ ਦੀ ਰਸਨਾਈ ਜੀ ਆਸਾ ਰਾਗ ਵਿੱਚ ਕਹਿੰਦੇ ਨੇ, ਪਹਿਲੀ ਕਰੂਪ ਕੁਜਾਤ ਕੁਲਖਣੀ, ਸਹੁਰੇ ਪਈਏ ਬੁਰੀ। ਜਦੋਂ ਮਨ ਨੂੰ ਪਤਾ ਲੱਗ ਜਾਂਦਾ ਹੈ ਮੇਰੀ ਪਤਨੀ ਕਰੂਪ ਹੈ, ਕਿਹੜੀ? ਸਰੀਰਕ, ਅਕਲ ਰੂਪੀ। ਜਿਸ ਅਕਲ ਨਾਲ ਮੈਂ ਰਹਿਣਾ ਹਾਂ ਉਹ ਕੈਸੀ ਹੈ, ਪਰ ਜਦ ਤੱਕ ਮਨ ਜਾਗਿਆ ਨਹੀਂ, ਜਾਣਨਾ ਚਾਹੁੰਦਾ ਨਹੀਂ, ਤਦ ਤੱਕ ਆਪਣੇ ਆਪ ਨੂੰ ਦਿਖੇਗਾ ਵੀ ਨਹੀਂ। ਤਦ ਤੱਕ ਤੇ ਮੇਰੀ ਅਕਲ ਬਹੁਤ ਸਿਆਣੀ ਹੈ। ਬਾਹਰ ਬਹਿਸ ਕਿਉਂ ਕਰਦਾ? ਆਪਣੀ ਅਕਲ ਨੂੰ ਬਚਾਉਣਾ ਸੀ। ਮੈਨੂੰ ਕੋਈ ਗਲਤ ਕਹਿ ਰਿਹਾ ਹੈ, ਮੈਂ ਨਾਲ ਜਸਟੀਫਾਈ ਕਰਾਂਗਾ, ਆਪਣੀ ਸਫਾਈ ਦੇ ਦਿਆਂਗਾ, ਮੈਂ ਗਲਤ ਨਹੀਂ ਆ, ਮੈਂ ਇਹ ਕੰਮ ਇਸ ਕਰਕੇ ਕੀਤਾ। ਬਚਾ ਲਿਆ ਆਪਣੀ ਅਕਲ ਨੂੰ, ਬਚਾ ਲਿਆ ਆਪਣੀ ਪਤਨੀ ਨੂੰ, ਆਪਣੀਆਂ ਸਿਆਣਪਾਂ ਨਾਲ। ਜਿਵੇਂ ਇਹ ਮਨ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਹੈ, ਕਿਉਂ? ਸੁੱਤਾ ਹੈ, ਆਪਣੀ ਕਮੀ ਦੇਖਣਾ ਨਹੀਂ ਚਾਹੁੰਦਾ। ਆਪਣੀ ਕਮੀ ਦੇਖਣ ਵਾਸਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਹਿੰਮਤ ਚਾਹੀਦੀ ਹੈ। ਉਹ ਹਿੰਮਤ ਕਿੱਥੋਂ ਮਿਲੇਗੀ? ਗੁਰੂ ਕੋਲੋਂ। ਗੁਰੂ ਦੇ ਗੁਣ ਉਹ ਤਾਕਤ ਦਿੰਦੇ ਨੇ ਜਿਹਦੇ ਨਾਲ ਆਪਣੀ ਕਮੀ ਦੇਖਣ ਯੋਗ ਹੁੰਦਾ ਹੈ।
ਤਾਂ ਕਹਿੰਦਾ ਮੇਰੀ ਅਕਲ ਕਰੂਪ ਹੈ, ਵਰਨਾ ਕੌਣ ਕਹੇਗਾ ਮੇਰੀ ਅਕਲ ਕਰੂਪ ਹੈ? ਕੋਈ ਨਹੀਂ ਮੰਨਦਾ। ਸੋ ਗੁਰੂ ਪਾਤਸ਼ਾਹ ਉਸ ਅਕਲ ਨੂੰ ਸੰਬੋਧਿਤ ਕਰਕੇ ਕਹਿ ਰਹੇ ਨੇ, ਚੇਰੀ ਤੂੰ ਰਾਮ ਨਾ ਕਰਸ ਪਤਾਰਾ। ਉਹ ਮੇਰੀ ਮੱਤ, ਉਹ ਮੇਰੀ ਸੁਰਤ, ਤੂੰ ਰਾਮ ਨੂੰ ਪਤਾਰ ਨਹੀਂ ਮੰਨਿਆ, ਤੂੰ ਰਾਮ ਨੂੰ ਆਪਣਾ ਖਸਮ ਨਹੀਂ ਮੰਨਿਆ। ਕਿਹਨੂੰ ਖਸਮ ਮੰਨਿਆ ਫਿਰ ਤੂੰ? ਜਦੋਂ ਅਸੀਂ ਰੋਜ਼ ਆਨੰਦ ਸਾਹਿਬ ਵਿੱਚ ਪੜ੍ਹਦੇ ਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਕੌਣ ਕਿਹਨੂੰ ਕਹਿ ਰਿਹਾ? ਆਪਣਾ ਜਾਗਿਆ ਮਨ ਆਪਣੇ ਆਪ ਨੂੰ ਪ੍ਰੇਰਨਾ ਦੇ ਰਿਹਾ ਹੈ। ਇਸ ਦਾ ਮਤਲਬ ਹੈ ਮਨ ਨੇ ਦੇਖ ਲਿਆ ਮੈਂ ਹਰੀ ਨਾਲ ਨਹੀਂ ਰਹਿੰਦਾ, ਪਰ ਕਦ ਦੇਖੇਗਾ? ਜਦੋਂ ਗੁਰੂ ਕੋਲੋਂ ਵਿਵੇਕਤਾ ਦੀ ਨਜ਼ਰ ਲਏਗਾ। ਵਰਨਾ ਆਪਣੇ ਮਨ ਨੂੰ ਸੰਬੋਧਿਤ ਕਰਨਾ, ਆਪਣੇ ਮਨ ਨੂੰ ਪ੍ਰੇਰਨਾ ਦੇਣਾ, ਆਪਣੇ ਆਪ ਨੂੰ ਸਮਝਾਉਣਾ, ਗੁਰੂ ਪਾਤਸ਼ਾਹ ਕਹਿੰਦੇ ਨੇ ਬਹੁਤ ਔਖਾ ਹੈ। ਹੁਣ ਤੱਕ ਅਸੀਂ ਸੁਣੇ ਸੀ ਗੁਰੂ ਦੀ ਗੱਲ ਲੈਣੀ ਔਖੀ ਹੈ, ਪਰ ਗੁਰੂ ਸਾਹਿਬ ਕਹਿੰਦੇ ਨੇ ਮਨ ਨੂੰ ਸਮਝਾਉਣਾ ਔਖਾ ਹੈ। ਕੀ ਕਹਿੰਦੇ ਨੇ? ਤਿਆਗੇ ਮਨ ਕੀ ਮਤੜੀ ਇਹ ਬਾਤ ਕਠੈਨੀ। ਮਨ ਦੀ ਮਤ ਤਿਆਗਣੀ ਬਹੁਤ ਔਖੀ ਹੈ। ਅਨ ਦਿਨ ਹਰ ਹਰ ਨਾਮ ਧਿਆਵੋ, ਗੁਰ ਸਤਿਗੁਰ ਕੀ ਮਤ ਲੈਣੀ। ਕੱਲ ਅਸੀਂ ਟੀਵੀ ਤੇ ਪ੍ਰੋਗਰਾਮ ਕਰ ਰਹੇ ਸੀ ਜੀ ਪੰਜਾਬੀ ਕੁੰਕਾ ਚੈਨਲ ਤੇ ਉੱਥੇ ਇੱਕ ਸਵਾਲ ਪੁੱਛਿਆ ਇੱਕ ਬੱਚੇ ਨੇ ਕਿ ਗੁਰੂ ਨਾਲ ਜੁੜਨ ਲਈ ਕੀ ਕਰਨਾ ਹੈ? ਪਾਠ ਕਰਨਾ ਹੈ, ਸੇਵਾ ਕਰਨੀ ਹੈ ਜਾਂ ਸਿਮਰਨ ਕਰਨਾ ਹੈ? ਜਦੋਂ ਅਸੀਂ ਆਪਣੀ ਅਕਲ ਨਾਲ ਜਵਾਬ ਦਿਆਂਗੇ ਤੇ ਗਲਤ ਦੇ ਦਾਂਗੇ। ਇਸ ਕਰਕੇ ਹਰ ਸਵਾਲ ਦਾ ਜਵਾਬ ਜਦੋਂ ਸਾਡੇ ਕੋਲੋਂ ਸਾਡੇ ਬੱਚੇ, ਸਾਡੇ ਦੋਸਤ ਯਾਰ ਗੁਰਬਾਣੀ ਰਾਹੀਂ ਪੁੱਛਣ ਤੇ ਜਵਾਬ ਗੁਰਬਾਣੀ ਰਾਹੀਂ ਦਈਏ। ਗੁਰੂ ਪਾਤਸ਼ਾਹ ਜਦੋਂ ਕਹਿੰਦੇ ਨੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ, ਕੀ ਕਹਿ ਰਹੇ ਨੇ? ਭਾਵੇਂ ਤੂੰ ਪਾਠ ਕਰ ਰਿਹਾ, ਭਾਵੇਂ ਤੂੰ ਸਿਮਰਨ ਕਰ ਰਿਹਾ, ਭਾਵੇਂ ਤੂੰ ਸੇਵਾ ਕਰ ਰਿਹਾ ਹੈ, ਪਰ ਲੈਣਾ ਕੀ ਆ? ਕੇਵਲ ਪਾਠ ਕਰਕੇ, ਸੇਵਾ ਕਰਕੇ, ਸਿਮਰਨ ਜਦ ਤੂੰ ਆਪਣੀ ਅਕਲ ਨਾਲ ਕਰੇਗਾ ਸਹਿਜ ਨਹੀਂ ਲਏਗਾ। ਪਰ ਜਦੋਂ ਤੂੰ ਗੁਰੂ ਦੀ ਮੱਤ ਨਾਲ ਲਏਗਾ ਤੇ ਕੀ ਕਰੇਗਾ? ਹਾਰ ਭਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਬਵੇਕਾ। ਮੈਂ ਤੇਰੇ ਕੋਲ ਪਾਠ ਕਰ ਰਿਹਾ ਹਾਂ, ਪਰ ਇੱਕ ਮੱਤ ਲੈਣਾ ਸੀ, ਦੇ ਦੇ ਮੈਨੂੰ ਬਵੇਕਤਾ ਦੀ ਬੁੱਧ। ਮੈਂ ਸੇਵਾ ਕਰ ਰਿਹਾ ਹਾਂ, ਪਰ ਕੀ ਕਰਨਾ ਸੀ? ਸੇਵਾ ਕਰਦਿਆਂ ਕਰਦਿਆਂ ਮੈਂ ਵਿਵੇਕਤਾ ਦੀ ਮੱਤ ਲੈਣ ਆਇਆ। ਸਿਮਰਨ ਕਰਦਿਆਂ ਕਰਦਿਆਂ ਮੈਂ ਵਿਵੇਕਤਾ ਦੀ ਮੱਤ ਲੈਣ ਆਇਆ। ਉਸ ਮੱਤ ਨੂੰ ਨਾਲ ਜਦੋਂ ਜੀਵਾਂਗਾ ਸਦਾ ਸੁਖੀ ਰਵਾਂਗਾ। ਸੁਖਮਨੀ ਸਾਹਿਬ ਵਿੱਚ ਹੀ ਗੁਰੂ ਪਾਤਸ਼ਾਹ ਕਹਿੰਦੇ ਨੇ, ਪ੍ਰਭ ਕਿਰਪਾ ਤੇ ਮਤ ਉੱਤਮ ਹੋਏ। ਹੁਣ ਤੱਕ ਤੇ ਕਿਰਪਾ ਕੋਈ ਹੋਰ ਸੁਣੀ ਸੀ, ਇਹ ਵਾਲੀ ਕਿਰਪਾ ਮੰਗੀ ਨਹੀਂ। ਤਾਂ ਹੀ ਗੁਰੂ ਪਾਤਸ਼ਾਹ ਕਹਿੰਦੇ ਨੇ ਜਦ ਤੱਕ ਤੇਰੇ ਕੋਲ ਇਹ ਵਾਲੀ ਮੱਤ ਨਹੀਂ ਹੈ, ਤਦ ਤੱਕ ਤੇਰੀ ਜਿਹੜੀ ਅਕਲ ਹੈ ਉਹ ਜਿਹੜਾ ਕੰਮ ਕਰੇਗੀ ਮਾਇਆ ਬਣ ਜਾਏਗੀ। ਗੁਰਬਾਣੀ ਰਾਹੀਂ ਮਾਇਆ ਦੀ ਪਰਿਭਾਸ਼ਾ ਕੀ ਹੈ? ਮਾਇਆ ਸਰੀਰ ਨਹੀਂ ਚਾਹੀਦਾ, ਘੋੜੀ ਹੈ। ਪਰਿਵਾਰ ਮਾਇਆ ਨਹੀਂ, ਪਰਿਵਾਰ ਚਾਹੀਦਾ। ਪਰਿਵਾਰ ਵਿੱਚ ਰਹਿ ਕੇ ਹੀ ਤੇ ਸਿੱਖਾਂਗਾ, ਗ੍ਰਸਤ ਤੇ ਤਿਆਗਣੀ ਨਹੀਂ ਹੈ ਮੈਂ। ਸਮਾਜ ਮਾਇਆ ਨਹੀਂ, ਸਮਾਜ ਵਿੱਚ ਮੇਰੇ ਵਾਸਤੇ ਸਭ ਕੁਝ ਕੀਮਤੀ ਹੈ। ਫਿਰ ਕੀ ਮਾਇਆ ਹੈ? ਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਤੂੰ ਸਤਿਗੁਰ ਦੀ ਮੱਤ ਨਹੀਂ ਲਈ ਤਾਂ ਤੇਰੀ ਦਿੱਤੀ ਹੋਈ ਪਰਮਾਤਮਾ ਦੀ ਹਰ ਦਾਤ ਤੇਰੇ ਲਈ ਮਾਇਆ ਹੈ। ਜਦੋਂ ਪਰਮਾਤਮਾ ਦੀ ਮੱਤ ਨਾਲ ਸਰੀਰ ਵਰਤੇਗਾ ਤਾਂ ਸਰੀਰ ਅਮੁੱਲਕ ਹੈ, ਤਾਂ ਮਨੁੱਖਾ ਦੇਹੀ ਕੀਮਤੀ ਹੈ, ਬੇਸ਼ਕੀਮਤੀ ਹੈ।
पर जदों तक सतगुर दी मत नाल शरीर नहीं वरत रहा, तेरा शरीर माया है। जदों परिवार तेरे आस्ते सतगुर दी मत नाल तू परिवार नाल रहेगा, तां परिवार बेशकीमती है, अमुल्लक दात है उस करते दी। मां अमुल्लक, प्यो अमुल्लक, धियां पुत्तर अमुल्लक, ताई ते मंगदे आ। फिर मंगदे क्यों आ? सुचज्जी पत्नी मंगदे आ, मां मंगदे आ, जिदी नहीं होंदी उन्होंने कहने भागा वाला नहीं है। फिर भाग किवें बने? गुरु दी मत भाग बनाती है। मां ने भाग नहीं बनाए, पर क्यों? पत्नी ने भाग नहीं बनाए। पत्नी ते दोनों चीज़ां सिखा सकती है, पति ते दोनों चीज़ां सिखा सकता है। संसार का नक्शा साडे सामने है। संसार दे नक्शे विचों सिखना की है, कुदरत विचों सिखना की है। मेरे मन ने की चुकना है, किवें चुकेगा? जदों चेरी नहीं है ते, जदों सुरत नहीं है ते, जदों चुकन की जांच नहीं है ते। टीवी भी माया, पर टीवी विच भी प्रोग्राम आते हैं, कथा विचार आती है, गुरबाणी आती है। मेरे ते डिपेंड करता है किस ते? मन ते। चैनल केड़ा लगाना है, उस विचों चुकनी केड़ी चीज है। गुण लैणे ने या अवगुण? गुरु पातशाह ने कहा तू चुन। तेनू चुनन वास्ते मैंने इतना सुंदर भांडा दिता है कि मन। उस भांडे नू तेनू वरतना आना चाहिए। वर्तन वास्ते तू आ, रोज गुरबाणी पढ़, कीर्तन सुन, कथा सुन, कथा कर। घर घर विच हर बच्चे नू गुरबाणी की कथा करनी आनी चाहिए। क्यों? क्योंकि कीती हुई है, बाहरों नहीं सीखनी। जद तक किसी नू समझांगे कि कोई मिडल मैन आके मैनू कथा सिखाएगा, दोनों गल्लां सिखा जाएगा। अपने घरां विच एक नक्शा देखिए। जदों मैं रोज गुरुद्वारे आनी हाँ, रोज पाठ करदी हाँ, ते घर विच जदों मेरी धी दा विआह है ते रागी सिंह आके शब्द पढ़ते ने, संतां के कारज आप खलोया, ते मैं अपनी पिठ ठोक रही होनी हाँ, मैं संत हाँ, मेरी धी दा काम करन आया है। पर जदों मैनू कोई कहता है कि गुरु कहता है हमेशा मिठी बोली बोलो, गुरु कहता है भाखिया पाओ अपार। परमात्मा दी बोली भाखिया केड़ी है? पाओ दी। केड़ी है? प्रेम दी। कितनी देर तक? अपार। हद बनना नहीं है बोली दा, पर मन की मत हद बनने बनाती है। माफ करन दी हद होंदी है जी, पेशेंस रखन दी हद होंदी है जी। कदी ते मन फटकदा ही है ना बाहर। कौन बोल रहा है? केड़ी चेली बोल रही है? मन की मत। सतगुर दी मत केड़ी है? अपार, जिदी कोई सीमा नहीं है। हद तो वध उन्हें कहते ने अनहद, जिदा आद अंत नहीं है। तू ओदी सेवा नहीं करती चेरी, तू राम ना करस पधारा। तू राम नू अपना मालक नहीं मनिया। किनू मालक मनिया ही? ए मन मेरिया, तू सदा रो हर नाले, हरी नाल नहीं रहता, फिर किथे रहना है? जदों हरी नाल नहीं रहता तां अपने आप नू क्या आंदा है? हरी नाल रहा कर। हरी नाल रहन नाल ही आनंद मिलेगा ही। आनंद लैन टुरी है ना, आनंद लेना चाहनी है ना, फिर हरी नाल रह। किथे रहनी है? अपनिया सियाणपां नाल, अपनिया चतराइयां नाल, अपनिया चलाकियां नाल। कित्थों सिखिया? दुनिया केरी दोस्ती, मन मुकदा च मरन। जिस नूं हुण तक पसंद कर रहा सी। दो दोस्त हो गए, एक परमात्मा दोस्त, गुरु दोस्त, एक दुनिया दोस्त। मन मानिया नाम सखाई, नाम सतगुर मित्र मेरा बाल सखाई। सतगुर नाल मित्रता करदा पिया है या दुनिया केरी दोस्ती? चुन किदे नाल दोस्ती करनी आ। दोस्त कौन होंदा है? जिदे ख्याल पसंद करदा है। मेरा दोस्त बड़ा चंगा है, ओदे नाल मेरे ख्याल मिलदे ने। जिदे नाल ख्याल मिलदे ने ओदे नाल दोस्ती करदा है। जद दुनिया नाल ख्याल मिलदे ने,
मन ਜਦੋਂ ਦੁਨੀਆ ਨਾਲ ਖਿਆਲ ਮਿਲਦੇ ਨੇ, ਮਨ ਦੁਨੀਆ ਦੀ ਗੱਲਾਂ ਪਸੰਦ ਕਰਦਾ ਹੈ। ਜਦੋਂ ਗੁਰੂ ਦੀ ਗੱਲ ਪਸੰਦ ਆਉਂਦੀ ਹੈ, ਮਨ ਗੁਰੂ ਨੂੰ ਦੋਸਤ ਮੰਨ ਲੈਂਦਾ ਹੈ। ਸੋ ਜਦੋਂ ਮਨ ਇਹ ਕਿੰਨੇ ਦੱਸਿਆ, ਕੌਣ ਕਹਿ ਰਿਹਾ ਹੈ? ਮਨ ਕੀ ਮਤ ਨਹੀਂ, ਗੁਰੂ ਦੀ ਕਿਰਪਾ ਵਿੱਚ ਮਿਲੀ ਹੋਈ ਗੁਰੂ ਦੀ ਮਤ ਕਹਿ ਰਹੀ ਹੈ ਕਿ ਤੂੰ ਆਪਣੇ ਆਪ ਨੂੰ ਹਰ ਵੇਲੇ ਵੇਖਿਆ ਕਰ, ਤੂੰ ਕਿਹੜੇ ਰਾਹ ਤੇ ਤੁਰ ਰਿਹਾ ਹੈ, ਤੇਰੀ ਮੰਜ਼ਿਲ ਕਿਹੜੀ ਹੈ। ਜੇ ਤੇਰੀ ਮੰਜ਼ਿਲ ਆਨੰਦ ਹੈ, ਜੇ ਤੇਰੀ ਮੰਜ਼ਿਲ ਸੱਚਿਆਰ ਅਵਸਥਾ ਹੈ, ਜੇ ਤੇਰੀ ਮੰਜ਼ਿਲ ਵਿਸ਼ਰਾਮ ਹੈ, ਇਹ ਸਾਰੇ ਲਫ਼ਜ਼ ਕਿੱਥੋਂ ਮਿਲ ਰਹੇ ਨੇ? ਗੁਰਬਾਣੀ ਤੋਂ। ਕਿ ਸੱਚਿਆਰਾ ਹੋਈਏ, ਕਿ ਕੂੜੇ ਟੁੱਟੇ ਪਾਲ। ਫਿਰ ਕੀ ਹੈਗਾ? ਸੱਚਿਆਰ ਹੋਣਾ ਚਾਹੁੰਦਾ ਹੈ, ਫਿਰ ਪਹਿਲੇ ਆਪਣੀ ਕੂੜ ਦੀ ਦੀਵਾਰ ਵੇਖ, ਦੇਖ ਕੂੜ ਦੀ ਦੀਵਾਰ ਬਣੀ ਕਿਵੇਂ ਹੈ, ਕਿੰਨੇ ਬਣਾਈ ਹੈ ਤੇਰੇ ਅੰਦਰ। ਤੂੰ ਜਿਹੜੇ ਖਿਆਲਾਂ ਨੂੰ ਹੁਣ ਤੱਕ ਪਸੰਦ ਕਰ ਰਿਹਾ ਸੀ, ਉਹਨਾਂ ਖਿਆਲਾਂ ਨੇ ਅੰਦਰ ਕੂੜ ਦੀ ਦੀਵਾਰ ਬਣਾ ਦਿੱਤੀ। ਉਹ ਕੂੜ ਕੀ ਹੈ? ਉਹ ਮੈਂ। ਕਿੰਨੇ ਇਕੱਠੀ ਕੀਤੀ? ਮਨ ਕੀ ਮਤ ਨੇ। ਚੇਰੀ ਤੂੰ ਰਾਮ ਨਾ ਕਰਸ ਪਤਾਰਾ। ਰਾਮ ਨੂੰ ਮਾਲਕ ਨਹੀਂ ਮੰਨਿਆ ਸੀ, ਦੁਨੀਆ ਨੂੰ ਮਾਲਕ ਮੰਨ ਕੇ ਚੱਲ ਰਹੀ ਸੀ। ਤਾਂ ਹੀ ਜਿਹੜੀ ਗੱਲ ਕਰਦਾ ਪਹਿਲੇ ਦੁਨੀਆ ਕੋਲੋਂ ਪੁੱਛਦਾ ਹੈ, ਫਿਰ ਇਹ ਵੀ ਕਰਦਾ ਹੈ, ਪਤਾ ਨਹੀਂ ਇਹ ਕੰਮ ਕਰਕੇ ਮੈਨੂੰ ਦੁਨੀਆ ਕਬੂਲੇਗੀ ਕਿ ਨਹੀਂ ਕਬੂਲੇਗੀ। ਮੈਂ ਆਪਣੇ ਬੱਚੇ ਨੂੰ ਖੰਡੇ ਕੀ ਪੋਲ ਛਕਾ ਲਵਾਂ, ਨਹੀਂ ਸਾਰੇ ਟਾਂਗਾ ਖਿੱਚਣਗੇ। ਮੈਂ ਆਪਣੇ ਘਰ ਵਿੱਚ ਵਿਆਹ ਕਰਾਂ ਕਿ ਮੈਂ ਧੀ ਨੂੰ ਵਿਆਹ ਵਿੱਚ ਦਾਜ ਦੇਣਾ ਹੀ ਨਹੀਂ ਹੈ, ਪੁੱਤਰ ਨੇ ਨਹੀਂ ਲੈਣਾ, ਧੀ ਵਾਲੀ ਹੋ ਕੇ ਦੇਣਾ ਨਹੀਂ ਹੈ। ਫਿਰ ਕੀ ਕਰਨਾ ਪਏਗਾ? ਗੁਰੂ ਕੋਲੋਂ ਬਲ ਲੈ ਕੇ ਸਮਾਜ ਵਿੱਚ ਨਿਰਭੈਤਾ ਨਾਲ ਖੜੇ ਹੋਣਾ ਪਏਗਾ। ਇਹ ਨਿਰਭੈਤਾ ਦੀ ਦਾਤ ਕੌਣ ਦਿੰਦਾ ਹੈ? ਵਰਨਾ ਤੇ ਮਨ ਨਿੱਕੀ ਨਿੱਕੀ ਗੱਲ ਤੇ ਡਰਦਾ ਰਹਿੰਦਾ, ਲੋਕੀ ਕੀ ਕਹਿਣਗੇ। ਮੈਂ ਵਿਆਹ ਤੇ ਜਾਵਾਂ, ਸ਼ਗਨ ਨਾ ਦਵਾਂ, ਲੋਕੀ ਕੀ ਕਹਿਣਗੇ, ਖਾ ਕੇ ਆ ਗਿਆ। ਗੁਰੂ ਪਾਤਸ਼ਾਹ ਬੜੀ ਕੀਮਤੀ ਗੱਲ ਕਹਿ ਰਹੇ ਨੇ, ਨਿਰਭੈਤਾ ਦੇ ਰਹੇ ਨੇ। ਜਿਹੜਾ ਅਸੀਂ ਰੋਜ਼ ਕਹਿੰਦੇ ਆ ਨਿਰਵੈਰ ਹੋਣਾ, ਨਿਰਭਉ ਹੋਣਾ। ਪੈ ਕਾਹੂ ਕੋ ਦੇਤ ਨੈ ਪੈ ਮਾਨਤ ਆਨ। ਅਸੀਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਗੁਰਪੁਰਬ ਅੱਜ ਕੱਲ੍ਹ ਮਨਾ ਰਹੇ ਆ, ਤੇ ਕੀ ਸੀ ਉਹਨਾਂ ਦੇ ਅੰਦਰ, ਜਿਹੜੇ ਉਹ ਆਪਣੀ ਜੀਵਨ ਕੁਰਬਾਨ ਕਰਨ ਤੋਂ ਵੀ ਨਾ ਚੁੱਕੇ। ਉਮਰਾਂ ਦੇਖੋ ਤੇ ਜੀਵਨ ਦੀ ਕੁਰਬਾਨੀ ਦੇਖੋ। ਕਿ ਬਸ ਇਹ ਥੋੜੇ ਚਿਰ ਅਸੀਂ ਉਹਨਾਂ ਦਾ ਗੁਰਪੁਰਬ ਮਨਾਉਣਾ ਹੈ, ਫਿਰ ਪੂਰਾ ਸਾਲ ਆਪਣੇ ਘਰ ਦੇ ਕੰਮਾਂ ਵਿੱਚ ਬਿਜ਼ੀ ਰਹਿਣਾ ਹੈ। ਉਸ ਤੋਂ ਬਾਅਦ ਕਦੀ ਸਾਨੂੰ ਜ਼ਿੰਦਗੀ ਵਿੱਚ ਸਾਹਿਬਜ਼ਾਦਿਆਂ ਦੀ ਯਾਦ ਹੀ ਨਾ ਆਏ। ਅਗਲੇ ਸਾਲ ਜਦੋਂ ਫੇਰ ਗੁਰਪੁਰਬ ਦੇ ਦਿਨ ਆਣਗੇ ਤੇ 4 ਦਿਨ ਯਾਦ ਕਰ ਲਵਾਂਗੇ। ਕੌਣ ਕਰਦਾ ਹੈ? ਜਦੋਂ ਮੇਰੀ ਚੇਰੀ, ਮੇਰੀ ਅਕਲ ਨੇ ਪਰਮਾਤਮਾ ਨੂੰ ਖਸਮ ਨਹੀਂ ਬਣਾਇਆ, ਤਾਂ ਮੇਰੇ ਜੀਵਨ ਦਾ ਨਕਸ਼ਾ ਉਹ ਹੈ। ਪਰ ਜਦੋਂ ਪਰਮਾਤਮਾ ਨੂੰ ਆਪਣਾ ਖਸਮ ਬਣਾ ਲੈਂਦੀ ਹੈ, ਆਪਣਾ ਮਾਲਕ ਬਣਾ ਲੈਂਦੀ ਹੈ, ਫਿਰ ਆਪ ਕੀ ਬਣਦੀ ਹੈ? ਸੇਵਿਕਾ, ਦਾਸੀ, ਨੌਕਰਾਣੀ। ਤਾਂ ਕੀ ਹੈ? ਜਗ ਜੀਵਨ ਪ੍ਰਾਣ ਆਧਾਰਾ। ਕੌਣ ਪ੍ਰਾਣਾ ਦਾ ਆਧਾਰ ਹੈ? ਉਸ ਤੋਂ ਪਹਿਲਾਂ ਤੇ ਪ੍ਰਾਣ ਹੈ ਹੀ ਨਹੀਂ। ਉਸ ਤੋਂ ਪਹਿਲਾਂ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ, ਆਖਾਂ ਜੀਵਾ ਵਿਸਰੈ ਮਰ ਜਾਉ। ਉਸ ਤੋਂ ਪਹਿਲਾਂ ਤੇ ਮਰਿਆ ਹੋਇਆ ਵਾ, ਉਸ ਤੋਂ ਪਹਿਲਾਂ ਤਾਂ ਲਾਸ਼ ਆ, ਉਸ ਤੋਂ ਪਹਿਲਾਂ ਤਾਂ ਮ੍ਰਿਤਕ ਕੀ ਲੋਥਾ ਵਾ, ਅੰਦਰ ਪ੍ਰਾਣ ਹੈ ਹੀ ਨਹੀਂ। ਅਗਰ ਦੁਨੀਆ ਕਿਹੜੀ ਦੋਸਤੀ ਹੈ ਤੇ ਅੰਦਰ ਪ੍ਰਾਣ ਨਹੀਂ ਹੈ। ਪਰ ਜਦੋਂ ਪ੍ਰਾਣ ਦੇ ਆਧਾਰ ਨਾਲ ਦੋਸਤੀ ਹੈ, ਉਹਦੇ ਖਿਆਲ ਪਸੰਦ ਆਏ, ਉਹਦੇ ਗੁਣ ਪਸੰਦ ਆਏ, ਤਾਂ ਜਗ ਜੀਵਨ ਪ੍ਰਾਣ ਆਧਾਰਾ ਪ੍ਰਾਪਤ ਹੋਇਆ। ਹੁਣ ਮੇਰੇ ਮਨ ਨੂੰ ਪ੍ਰਾਣ ਪ੍ਰਾਪਤ ਹੋਏ ਨੇ। ਕਿਹੜੇ? ਗੁਣਾ ਵਾਲੇ। ਗੁਣਾ ਦਾ ਪ੍ਰਾਪਤ ਕਰਕੇ ਹੀ ਮਨ ਨੂੰ ਆਧਾਰ ਮਿਲਦਾ ਹੈ, ਮਨ ਟਿਕ ਜਾਂਦਾ ਹੈ। ਸੁਖਮਨੀ ਸਾਹਿਬ ਵਿੱਚ ਕਹਿੰਦੇ ਨੇ, ਜਿਉ ਮੰਦਰ ਕੋ ਥਾਮੇ ਥਮਨ, ਤਿਉ ਗੁਰ ਕਾ ਸ਼ਬਦ ਮਨੇ ਅਸਥਮਨ। ਜਿਹੜਾ ਤੇਰਾ ਮਨ ਸੁਖ ਦੁੱਖ ਵਿੱਚ, ਮਾਨ ਅਪਮਾਨ ਵਿੱਚ, ਡਰ ਲਾਲਚ ਵਿੱਚ ਡੋਲਦਾ ਰਹਿੰਦਾ ਸੀ, ਉਹਨੂੰ
गुरु दे गुणा ने, परमात्मा दे गुणा ने आधार दे दिता है, टिकण दा बल दे दिता है। जिवें बाहर बिल्डिंग खड़ी नहीं होंदी जब तक पिलर ना लगे होण, एवें ही मेरा मन कदे खड़ा नहीं रह सकता जब तक शब्द दा थल्ले पिलर नहीं लगा होया, थम्मी नहीं है। ते गुरु पातशाह कहते ने यह वाली अवस्था प्राप्त करके करना किवें है, किवें प्राप्त करा इस अवस्था नूं। जाके निगम दूध के ठाठा, समुंद बिलोवन को माटा, ताकि हो बिलोवन हारी, क्यों मेटे गो छाछ तुहारी। एक मत जिहड़ी दुनिया कोलों लै रही सी, बस उहदा प्रभाव लई जा रही सा। एक मत जदों गुरु कल लांगा ते उहदियां निशानियां की ने, करना की है। जदों राम मालक बन जाएगा तो राम केड़ा मालक है, राम केड़ी दात देंदा है। जाके निगम दूध के ठाठा, जिदे ज्ञान नाल, निगम कहंदे ने ज्ञान, जिदे तत् ज्ञान नाल दुध दा ठाठ बाट मिल जाता है। दो तरीके दे राजे होंदे ने, एक राजा केवल अपनी सैना नूं लड़ाई आसे तैयार करता है ताकि दूजे राजा ते हर वेले हमला करता रहा, ते अपनी सैना नूं भुखा ही रखता है, बस लड़ाई लई तैयार रखता है। वो केड़ा, जदों मन राजा बनिया होया, राजा सगली सृष्ट का, सगल सृष्ट को राजा दुखिया। जदों इंद्रिया रूपी सृष्टि दा राजा मन बनिया तां इंद्रियां भुखियां हर वेले केवल बहस करदियां लड़दियां रहदियां। पर जदों परमात्मा दा राज हो जाता है इन्हां इंद्रियां ते की मिलता है, दुध दा ठाठ बाट, हर वेले दुध दी नदी वहंदी रहंदी है। शब्द विच कितनी कमाल दी गल गुरु पातशाह परो के सानू दस रहे ने कि नदी कित्थों बहंदी है, बाहरों दिखा के अंदर ले आंदे ने गुरु पातशाह। तेरी सुरत विचों जदों गुरु दी मत होएगी ते हर वेले बबेकता दा दुध देंदी रहेगी। जिवें हंस नूं मन्निया जांदा है कि हंस दी चुंझ विच ऐसा लाल होंदा है कि जदों ओ दुध विच चुंझ मारदा है ते पानी वखरे कर लैंदा है, दुध वखरे कर लैंदा है। ए मन नूं जदों गुरु दी मत मिलदी है ते हंस रूपी चुंझ मिल जाती है, ਉਹਦੇ ਨਾਲ ਦੁਨਿਆਵੀ ਖਿਆਲਾਂ ਨੂੰ ਤੇ ਗੁਰੂ ਦੀ ਮਤ ਨੂੰ ਵੱਖਰੇ ਕਰਨੇ ਯੋਗ ਹੋ ਜਾਂਦਾ ਹੈ। ਵੱਖਰੇ ਕਰਕੇ ਹੀ ਤੇ ਦੁੱਧ ਦਾ ਠਾਠ ਬਾਟ ਮਿਲੇਗਾ। ਇਹ ਠਾਠ ਬਾਟ ਕਿਵੇਂ ਮਿਲਿਆ? ਗੁਰੂ ਨੇ ਮੈਨੂੰ ਦਾਤ ਵਿੱਚ ਦਿੱਤਾ ਹੋਇਆ ਹੈ। परमात्मा जदों मालक बन जाता है तो परमात्मा की दात की मिलता है, समुंद बिलोवन को माटा। समुंद दुध का सागर, ओनू बिलोवन वास्ते मटकी मिली हुई है। केड़ी? मन रूपी भांडा धोए, बैस धूप देवो तो दूधे को जावो। पहले मन रूपी भांडा तुलिया, मन मनिया मैं मैला हाँ, मैला मन गुरु दी मत नाल नित नित धुलदा जाएगा। किवें? गुरु जाच सिखाएगा कि जेड़ी तेरी मत अंदरों हर वेले तेरे अंदरों फुरने फुरदे ने, उन्हां नूं हर वेले बिलोंदा रह। जिवें बाहर दुध विचों मक्खन कड्ढण लई बिलोवना पैंदा है, उवें ही मन रूपी भांडे विचों जदों दुध प्राप्त हो जाता है, हर वेले उस सुरत नाल अपने ख्यालां नूं बिलोंदा रहे। बिलोंदियां बिलोंदियां मक्खन वखरे हो जाए ते लस्सी वखरे हो जाए। मक्खन की है? परमात्मा दे गुण। लस्सी की है? दुनियावी ख्याल। तेनू ओ मटकी मिली है, मन रूपी भांडा मिलिया ताकि हो बिलोवन हारी। ओ चेड़ी, ओ सुरत रूपी दासी, तू हर वेले
परमात्मा दे गुणा नू अपने अंदरों बिलो बिलो के वखरे कर। ओदे नाल गुणा नाल तेरे अंदर दुध दा बल प्राप्त होंदा जाएगा, तेरा भुखा मन रजिया रहेगा ते छाछ परे हो जाएगी। क्यों? मेटे को छाछ तुहारी। जदों छाछ लस्सी वखरे हो जाएगी, ओनू मेटना आसान हो जाएगा। किवें उस छाछ नू अपने हिरदे विचों मिटाना है? ओ मालक खसम जिदी तू चेरी बनेगी, ओ तैनू वखरे करवा देगा। दूजे पदे च कहंदे ने, तेरे गले तोक पग बेरी, तू घर घर रमईए फेरी, तू अजे न चेतस चेरी, तू जम बपरी है हेरी। जदों अपने आप नू नहीं वेखदी ओ चेरी, जदों अपने आप नू प्रेरणा नहीं दे रही होंदी, मेरे मना तू हरी नाल रह, तां कैसा जीवन जींदी है। दोनों गल्लां वखरियां कर रही है। एक गल मक्खन वाली, दूजी गल लस्सी वाली। लस्सी वाली अवस्था विच तू कैसी सी? तेरे गले विच तौक सी, तेरे गले विच ओ जिहड़ा कैदी दे गले विच, गुलाम दे गले विच मोटा संगल पाया हुंदा है, जिहदे नाल गुलामी कराई जांदी है। तेरे गले विच ਇਹ अज्ञानता दी मत दा तौक पिया सी। जदों अपनियां सियाणपां नूं वखरे नहीं करन योग, तां सियाणपां ही इहदे गले विच मोटा रस्सां पईयां होईयां, मोटी जंजीर पईयां होईयां ने, जिहदे करके पैरां विच भी बेड़ीए किहड़ी दुनियावी रीत रिवाजां दी, वहम भरमां दी, औगणां दी, विकारां दी, ਉਹ ਵਿਕਾਰਾਂ ਦੀ ਜੰਜੀਰ ਹਰ ਵੇਲੇ ਆਪਣੇ ਪਾਸੇ ਧਰੁਕਦੀ ਰਹਿੰਦੀ ਹੈ, ਜਿਹਦੇ ਕਰਕੇ ਤੂੰ ਘਰ ਘਰ ਹੰਡੇ ਦੁਹਾਗਣ ਹਰ ਵਿਕਾਰ ਰੂਪੀ ਘਰ ਵਿੱਚ ਰਹਿੰਦੀ ਹੈ। ਕਦੀ ਕ੍ਰੋਧ ਦੇ ਘਰ, ਕਦੀ ਲਾਲਚ ਦੇ ਘਰ, ਕਦੀ ਚਿੰਤਾ ਦੇ ਘਰ, ਕਦੀ ਡਰ ਦੇ ਘਰ। ਤੂੰ ਅਜੋ ਨਾ ਚੇਤਸ ਚੇਰੀ, ਤੂੰ ਐਸੀ दुखा वाली जीवनी बिता रहे हैं, हले भी परमात्मा नू अपना मालक मन के अपने गुणा नू, परमात्मा दे गुणा नू मन दा आधार नहीं बना रही। प्रभ करन करावन हारी, क्या चेरी हाथ बिचारी, सोई सोई जागी, जित लाया तित लागी। जदी सुती हुई जाग पई, जदों राम नू अपना खसम मान लिया, जदों मालक दे राज विच रहना चाहती है, जदों गुणा ने मन नू संतुष्ट कर दिता, रजा दिता है, तां की कहंदी है ए तू बिलोवन दी मत दिती है। उद्दम मत प्रभ अंतर जामी, ज्यों प्रेरे त्यों करना। हुण तेरी मत जिवें मैनू प्रेरदी है, मैं उवें करदी हां। मेरे हाथ कुछ नहीं, मैं ते दुनिया नाल दोस्ती करके बैठी सी, तू करन करावन हार है। गुरु दी मत ने मैनू मक्खन कड्डन दी जाच सिखाई, इस करके करन करावन हार तू है। तू मक्खन दा दाता है, तू हर वेले मैनू गुणा दा मक्खन खवा के रजाई रखना, संतुष्ट रखना। हुण मेरा मन भटकदा नहीं है, हुण मेरा मन दुख सुख विच नहीं, चिंता फिकरां विच डोलदा नहीं। मेरे मन नू तू परमात्मा टिका दिता है। मेरे अंदरों विकारां दी दीवार विखा के तोड़ दिती है। मेरा मन विश्राम नहीं लैंदा सी, टिकदा नहीं सी, चैन विच नहीं सी। तू मैनू मेरा आपा दिखा के चंगे गुणा वल प्रेरणा दवा दिती है। तू करन करावन हार है, इस सुरत विचारी दे हाथ विच ते कुछ नहीं है। तू जगा दिता है इनू, सोई सोई जागी, जागया मन
ਹੁਣ ਹਰ ਵੇਲੇ ਅੰਦਰ ਵਸਦੇ ਪਰਮਾਤਮਾ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ। ਪਹਿਲਾ ਮਨ ਕੀ ਕਰਦਾ ਸੀ? ਦੇਨਹਾਰ ਦੀ ਮੱਤ ਛੱਡ ਦਿੰਦਾ ਸੀ। ਦੇਨਹਾਰ ਪ੍ਰਭ ਛੋੜੀਏ। ਜਦੋਂ ਦੇਨਹਾਰ ਦੀ ਮੱਤ ਛੱਡੀ ਤੇ ਕੀ ਕਰਦਾ ਹੈ? ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਕੰਡ ਲਾਵਤ। ਪਰ ਜਦੋਂ ਗੁਰੂ ਨਾਲ ਪ੍ਰੀਤ ਪੈ ਜਾਂਦੀ ਹੈ, ਆਪ ਉਪਦੇਸੈ ਸਮਝੇ ਆਪ, ਆਪੇ ਰਚਿਆ ਸਭ ਕੇਸ। ਜਿਵੇਂ ਤੂੰ ਲਗਾਇਆ, ਤੂੰ ਮੈਨੂੰ ਉਸ ਪਾਸੇ ਲਾ ਦਿੱਤਾ। ਚੇਰੀ ਤੂੰ ਸੁਮਤ ਕਹਾਂ ਤੇ ਪਾਈ, ਜਾਤੇ ਭਰਮ ਕੀ ਲੀਕ ਮਿਟਾਈ। ਸੋ ਰਸ ਕਬੀਰੇ ਜਾਣਿਆ, ਮੇਰਾ ਗੁਰ ਪ੍ਰਸਾਦ ਮਨ ਮਾਨਿਆ। ਜਦੋਂ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਮੰਨ ਗਿਆ, ਭਲੀ ਸਰੀ ਮੁਈ ਮੇਰੀ ਪਹਿਲੀ ਬਰੀ, जुग जुग जीवो मेरी अब की बरी। दो पत्नियां, चंगा होया मेरी पहली पत्नी मर गई। भली सरी पहली अक्ल मर गई, गुर प्रसाद मत उल्टी होवे। गुरु ने मेरी मत बदला दिती है, गुरु ने मेरी मत नू फेर दिता है। दुनिया वालों कढ़ के अंदर वल कर दिता है। दुनिया नू नहीं वेखदा, हमेशा अपने अंदर वेखदा, अपने कसूर वेख के, अपनी मैल देख के, अपनी मैल तो गुरु दे गुणा राही धोंदा होया। गुण गावत तेरी उतरस मैल। हुण मैं गुण गाना वा मैल उतारन लई, मैं पाठ करना वा मैल उतारन लई, मैं सिमरन करना वा मैल उतारन लई। लक्ष्य बदल गया। पहला करदा सी कोई मंगां दी प्राप्ति लई, हुण करदा वा मैल उतारन लई। जीवन का मनोरथ की बन गया है? आनंद, सुख। पहला मरण कबूल, जीवन की छड़ आस। केड़ी आस छड्डा? ख्वाहिशां, ख्वाहिशां छड्ड दित्तियां ने मैं। ए वाला ख्वाहिशां छड्ड के मैनू रस आ गया, जीण दा स्वाद आ गया, गुणा का स्वाद आ गया। आओ गुण छुटते जा रहे ने, गुण प्राप्त होंदे जा रहे ने। तू ए वाली सुमत कित्थों लई? मैनू गुरु ने दिती है। गुर प्रसाद मेरो मन मानिया। गुरु ने मैनू सुमत दिती। सुमत बद बुद्ध सुरत मत मन बुद्ध तुम्हारी। तेरी सुमत नाल ओ भरम दी लीका, भरम दे लेखे मिट गए। पहला भरम दे लेखे सी, हुण गुरु लेख लिखाएगा। सो रस कबीरे जानिया, मेरो गुर प्रसाद मन मानिया। गुरु दी किरपा नाल मन मान गया। मन मन जाए, गुरु पातशाह कहंदे ने ऐसी मंग मंग गुरु ते कि तेरा मन मान जाए। गुणा दा गाहक ओ, विण ग्राहक गुण वेचिए, तो गुण सह गो जाए। गुण का गाहक जिवे मिले, तो गुण लाख विकाए। गुरु किरपा करे साडा मन परमात्मा दे गुणा दा ग्राहक बन जाए। भुल्लां चुका मेरिया ने उपदेश गुरु पातशाह दा आओ अपने पल्ले बनिए, सारे गुरु दी सेवा करिए। अपनी सुरत नू परमात्मा राही परमात्मा नाल मिलन लई गुरु की सेवा करन दी जाच गुरु कोलों सिखिए। वाहिगुरु जी का खालसा, वाहिगुरु जी